Good morning, dear students. Today we will discuss the new topic that is known as the antibodies. Antibodies ਦਾ ਆਪਾਂ ਨੂੰ ਪਤਾ ਹੀ ਹੈ ਕਿ ਲਿੰਫੋਸਾਈਟਸ ਹੁੰਦੇ ਹੈਗੇ ਨੇ ਜਿਹੜੇ ਆਪਾਂ ਕਹਿੰਦੇ ਕਿ ਆਪਣੀ ਬੋਡੀ ਨੂੰ ਇਮਿਊਨਿਟੀ ਪ੍ਰੋਵਾਈਡ ਕਰਦੇ ਹੈਗੇ। ਹੁਣ ਇਸ ਟੌਪਿਕ ਦੇ ਵਿੱਚ ਆਪਾਂ ਪੜਾਂਗੇ ਕਿ ਐਂਟੀਬਾਡੀਜ਼ ਦੀ ਸਟਰਕਚਰ ਕਿਸ ਤਰੀਕੇ ਦੀ ਹੁੰਦੀ ਹੈਗੀ। ਜਿਹੜੀਆਂ ਐਂਟੀਬਾਡੀਜ਼ ਹੁੰਦੀਆਂ ਨੇ ਥੀਸ ਆਰ ਦਾ ਇਮਿਊਨੋਗਲੋਬਿਨਸ। ਇਮਿਊਨੋਗਲੋਬਿਨਸ ਦਾ ਮਤਲਬ ਕਿ ਗਲਾਈਕੋਪ੍ਰੋਟੀਨਸ। ਇਹਨਾਂ ਦਾ ਵੀ ਮਤਲਬ ਕੀ ਹੈ ਕਿ ਇਮਿਊਨ ਸਿਸਟਮ ਜਿਹੜਾ ਕਿ ਪ੍ਰੋਵਾਈਡ ਕਰਨਾ। ਇਹਦਾ ਮਤਲਬ ਕੀ ਹੈ ਐਂਟੀਬਾਡੀਜ਼ ਕੀ ਹੁੰਦੀਆਂ ਨੇ ਇਮਿਊਨੋਗਲੋਬਿਨਸ ਹੁੰਦੀਆਂ ਨੇ। ਜਿਹੜੀਆਂ ਐਂਟੀਬਾਡੀਜ਼ ਹੁੰਦੀਆਂ ਨੇ ਦੈਟ ਇਜ਼ ਆਲਸੋ ਗਲਾਈਕੋਪ੍ਰੋਟੀਨਸ ਹੁੰਦੀਆਂ ਨੇ। ਇਮਿਊਨੋਗਲੋਬਿਨਸ ਵੀ ਜਿਹੜੀਆਂ ਕਿ ਗਲਾਈਕੋਪ੍ਰੋਟੀਨਸ ਹੁੰਦੀਆਂ ਨੇ। ਲੇਕਿਨ ਸਿਰਫ ਫਰਕ ਹੈ ਨਾ ਕਿਹੜੀਆਂ ਕਿ ਐਂਟੀਬਾਡੀਜ਼ ਹੈਗੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਇਮਿਊਨੋਗਲੋਬਿਨ ਹੋ ਸਕਦੀਆਂ ਨੇ ਲੇਕਿਨ ਸਾਰੀਆਂ ਇਮਿਊਨੋਗਲੋਬਿਨ ਜਿਹੜੀਆਂ ਐਂਟੀਬਾਡੀਜ਼ ਨਹੀਂ ਹੋ ਸਕਦੀਆਂ ਕਿਉਂਕਿ ਐਂਟੀਬਾਡੀਜ਼ ਸਾਰੇ ਉਹ ਫੰਕਸ਼ਨ ਪਰਫਾਰਮ ਕਰਦੀਆਂ ਹੈਗੀਆਂ ਨੇ ਜਿਹਦੇ ਵਿੱਚੋਂ ਕੁਝ ਜਿਹੜੇ ਕਿ ਫੰਕਸ਼ਨ ਇਮਿਊਨੋਗਲੋਬਿਨ ਜਿਹੜੇ ਕਿ ਸਕਿਪ ਕਰ ਸਕਦੀਆਂ ਹੈਗੀਆਂ। ਜਿਹੜੀਆਂ ਆਪਣੇ ਕੋਲ ਐਂਟੀਬਾਡੀਜ਼ ਹੁੰਦੀਆਂ ਨੇ ਪ੍ਰੋਡਿਊਸ ਹੁੰਦੀਆਂ ਨੇ ਬੀ ਸੈੱਲ ਦੁਆਰਾ ਲੇਕਿਨ ਸਟਿਮੂਲੇਟ ਹੁੰਦੀਆਂ ਹੈਗੀਆਂ ਨੇ ਟੀ ਸੈੱਲ ਦੁਆਰਾ। ਕਿ ਟੀ ਸੈੱਲ ਕੀ ਬੀ ਸੈਲਸ ਨੂੰ ਸਟਿਮੂਲੇਟ ਕਰਦਾ ਹੈਗਾ ਫॉर द प्रोडक्शन ऑफ द एंटीबॉडीज। ਜਦੋਂ ਕੋਈ ਵੀ ਆਪਾਂ ਕਹਿੰਦੇ ਜਿਹੜਾ ਐਂਟੀਜਨ ਹੈ ਬੋਡੀ ਦੇ ਅੰਦਰ ਜਿਹੜਾ ਕਿ ਐਂਟਰ ਕਰਦਾ ਹੈਗਾ ਤੇ 1 ਸੈਕਿੰਡ ਦੇ ਵਿੱਚ ਕਿਹਾ 2000 ਮੋਲੀਕਿਊਲ ਜਿਹੜੇ ਐਂਟੀਬਾਡੀਜ਼ ਜਿਹੜੇ ਕਿ ਪ੍ਰੋਡਿਊਸ ਹੁੰਦੇ ਹੈਗੇ। ਨੈਕਸਟ ਆਪਣਾ 5 ਟਾਈਪਸ ਦੀਆਂ ਆਪਣੇ ਕੋਲੇ ਕੀ ਐਂਟੀਬਾਡੀਜ਼ ਹੁੰਦੀਆਂ ਹੈਗੀਆਂ ਨੇ ਜਿਹਨਾਂ ਨੂੰ ਅਸੀਂ ਇਮਿਊਨੋਗਲੋਬਿਨਸ ਵੀ ਕਹਿ ਸਕਦੇ ਹੈਗੇ। ਇਮਿਊਨੋਗਲੋਬਿਨ ਡੀ, ਇਮਿਊਨੋਗਲੋਬਿਨ ਜੀ, ਇਮਿਊਨੋਗਲੋਬਿਨ ਆਪਣੇ ਕੋਲ ਈ। ਜਿਹੜੀਆਂ ਤਿੰਨੇ ਹੁੰਦੀਆਂ ਨੇ ਦੈਟ ਇਜ਼ ਦਾ ਮੋਨੋਮਰ। ਮੋਨੋਮਰ ਦਾ ਮਤਲਬ ਕਿ ਸਿੰਗਲ ਜਿਹੜੀ ਕਿ ਵਾਈ ਸ਼ੇਪ ਜਿਹੜੀ ਕਿ ਸਟਰਕਚਰ ਆਪਣੇ ਕੋਲ ਇਹ ਵਾਲੀ ਹੈ ਇਹ ਪ੍ਰੈਜ਼ੈਂਟ ਹੁੰਦੀ ਹੈ। ਜਿਹੜੀ ਆਪਣੇ ਕੋਲ ਇਮਿਊਨੋਗਲੋਬਿਨ ਏ ਹੁੰਦੀ ਹੈ ਦੈਟ ਇਜ਼ ਦਾ ਡਾਈਮਰ। ਡਾਈਮਰ ਦਾ ਮਤਲਬ ਕੀ ਹੈ ਦੋ ਜਿਹੜੇ ਆਪਣੇ ਕੋਲ ਕਿਹੜੇ ਐਂਟੀਬਾਡੀਜ਼ ਨੇ ਆਪਸ ਵਿੱਚ ਜੇ ਚੇਨ ਦੇ ਨਾਲ ਕੀ ਜੁੜੀਆਂ ਹੁੰਦੀਆਂ ਹੈਗੀਆਂ। ਔਰ ਇਮਿਊਨੋਗਲੋਬਿਨ ਜਿਹੜੀ ਐਮ ਹੁੰਦੀ ਹੈ ਦੈਟ ਇਜ਼ ਦਾ ਪੈਂਟਾਮਰ। ਪੈਂਟਾ ਮਤਲਬ ਕਿ 5 ਜਿਹੜੇ ਕੀ ਐਂਟੀਬਾਡੀਜ਼ ਜਿਹੜੇ ਕਿ ਮੋਲੀਕਿਊਲਸ ਹੁੰਦੇ ਨੇ ਆਪਸ ਵਿੱਚ ਕੀ ਜੇ ਚੇਨ ਦੇ ਨਾਲ ਜਿਹੜੇ ਕੀ ਜੁਆਇਨ ਅਪ ਹੁੰਦੇ ਹੈਗੇ। ਨੈਕਸਟ ਆ ਆਪਣੇ ਕੋਲ ਸਟਰਕਚਰ ਆਪਾਂ ਕਿਹਦੀ ਕਰਨੀ ਹੈਗੀ ਇਮਿਊਨੋਗਲੋਬਿਨ ਜੀ ਦੀ ਐਂਟੀਬਾਡੀਜ਼ ਦੀ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਹੈਵੀ ਐਂਡ ਲਾਈਟ ਚੇਨ ਦੋ ਜਿਹੜੀਆਂ ਇਹਦੇ ਵਿੱਚ ਕੀ ਚੇਨਸ ਹੁੰਦੀਆਂ ਨੇ। ਆਹ ਵਾਲੀ ਜਿਹੜੀ ਚੇਨ ਹੁੰਦੀ ਹੈ ਦੈਟ ਇਜ਼ ਦਾ ਹੈਵੀਅਰ ਚੇਨ। ਸਾਈਡ ਦੇ ਉੱਪਰ ਜਿਹੜੀ ਆਪਣੇ ਕੋਲ ਦੈਟ ਇਜ਼ ਦਾ ਲਾਈਟਰ ਚੇਨ। ਇੱਕ ਆ ਜਿਹੜੀ ਆਪਣੇ ਕੋਲ ਹੈਵੀ ਚੇਨ ਇੱਕ ਇਹ ਹੈਵੀ ਚੇਨ ਇੱਕ ਇਹ ਲਾਈਟ ਚੇਨ ਇੱਕ ਇਹ ਲਾਈਟ ਚੇਨ ਹੈਗੀ। ਇਹਦਾ ਮਤਲਬ ਦੋ ਇਹਦੇ ਵਿੱਚ ਕੀ ਹੈਵੀ ਚੇਨਸ ਹੁੰਦੀਆਂ ਨੇ ਦੋ ਇਹਦੇ ਵਿੱਚ ਕੀ ਲਾਈਟ ਚੇਨਸ ਹੁੰਦੀਆਂ ਨੇ ਇਸ ਕਰਕੇ ਇਹਨੂੰ H2L2 ਵੀ ਕਿਹਾ ਜਾਂਦਾ ਹੈ। ਤੁਹਾਨੂੰ ਸਟਰਕਚਰ ਕੀ ਐਂਟੀਬਾਡੀਜ਼ ਦੀ ਵੀ ਕਹਿ ਸਕਦੇ ਹੈਗੇ ਜਾਂ ਤੁਹਾਨੂੰ ਕਹਿ ਸਕਦੇ ਹਾਂ ਕਿ ਐਕਸਪਲੇਨ ਦਾ ਸਟਰਕਚਰ ਆਫ H2L2 ਕਿਉਂਕਿ ਇਹਦੇ ਵਿੱਚ ਦੋ ਹੈਵੀ ਚੇਨਸ ਹੁੰਦੀਆਂ ਨੇ ਦੋ ਲਾਈਟ ਚੇਨਸ ਹੁੰਦੀਆਂ ਨੇ ਇਸ ਕਰਕੇ ਇਹਨੂੰ H2L2 ਵੀ ਕਿਹਾ ਜਾਂਦਾ ਹੈਗਾ। ਜਿਹਦੀ ਟਾਈਪ ਕਿਹੜੀ ਹੁੰਦੀ ਹੈ ਲੈਮਡਾ। ਅਸੀਂ ਫਿਜ਼ਿਕਸ ਵਿੱਚ ਵੀ ਕਰਦੇ ਹਾਂ ਜਿਹਦੇ ਵਿੱਚ ਆਪਾਂ ਕਹਿੰਦੇ ਕਿਹੜੀ ਕੀ ਵਾਈ ਹੈ ਉਹਨੂੰ ਅਸੀਂ ਉਲਟੀ ਕਰ ਦਈਏ ਲੈਮਡਾ ਸ਼ੇਪ ਤਾਂ ਕਹਿੰਦਾ ਕਿ ਇਹਦੀ ਕੀ ਟਾਈਪ ਹੁੰਦੀ ਹੈ ਦੈਟ ਇਜ਼ ਦਾ ਲੈਮਡਾ ਟਾਈਪ। ਦੂਸਰਾ ਬੇਟਾ ਕਿ ਦੋ ਰੀਜ਼ਨ ਹੁੰਦੇ ਹੈਗੇ ਨੇ ਇਹਦੇ ਇੱਕ ਕਾਂਸਟੈਂਟ ਰੀਜ਼ਨ ਇੱਕ ਵੇਰੀਏਬਲ ਰੀਜ਼ਨ। ਕਾਂਸਟੈਂਟ ਦਾ ਮਤਲਬ ਕੀ ਹੈ ਕੋਈ ਫੰਕਸ਼ਨ ਪਰਫਾਰਮ ਨਹੀਂ ਕਰ ਰਿਹਾ ਹੈ। ਵੇਰੀਏਬਲ ਦਾ ਮਤਲਬ ਜਿਹੜਾ ਆਪਾਂ ਕਹਿੰਦੇ ਕਿ ਐਂਟੀਜਨਸ ਦੇ ਨਾਲ ਕੀ ਕੰਪਲੈਕਸ ਪਰਫਾਰਮ ਕਰ ਰਿਹਾ ਐਂਟੀਜਨਸ ਦੇ ਨਾਲ ਅਟੈਚ ਕਰਕੇ ਐਂਟੀਜਨ ਨੂੰ ਕਿ ਨਿਊਟਰਲਾਈਜ਼ ਕਰ ਰਿਹਾ ਐਂਟੀਜਨਸ ਨੂੰ ਆਪਾਂ ਕਹਿੰਦੇ ਖਤਮ ਕਰ ਰਿਹਾ ਹੈਗਾ। ਤੇ ਇਹਦੇ ਵਿੱਚ ਜਿੱਥੇ ਲਾਈਨ ਲੱਗੀ ਹੋਈ ਆ ਉੱਪਰਲੇ ਦੋਨੇ ਜਿਹੜੇ ਐਂਟੀਜਨ ਬਾਈਂਡਿੰਗ ਸਾਈਟ ਹੁੰਦੀਆਂ ਨੇ ਇਹ ਕੀ ਹੈਵੀ ਚੇਨ ਦਾ ਵੇਰੀਏਬਲ ਰੀਜ਼ਨ ਹੈਗਾ ਇਹ ਕੀ ਲਾਈਟ ਚੇਨ ਦਾ ਕਿ ਵੇਰੀਏਬਲ ਰੀਜ਼ਨ ਹੈਗਾ। ਆਪਾਂ ਇਹੀ ਗੱਲ ਕੀਤੀ ਇੱਥੇ ਕਾਂਸਟੈਂਟ ਐਂਡ ਵੇਰੀਏਬਲ ਰੀਜ਼ਨ। ਵੇਰੀਏਬਲ ਰੀਜ਼ਨ ਦਾ ਮਤਲਬ ਕੀ ਜਿਹੜੇ ਆਪਾਂ ਕਹਿੰਦੇ ਹੈਗੇ ਕਿਸੇ ਵੀ ਕੀ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਹੈਗੇ ਤਾਂ ਆ ਆਪਣੇ ਕੋਲ ਕੀ ਵੇਰੀਏਬਲ ਰੀਜ਼ਨ ਆਫ ਹੈਵੀ ਚੇਨ ਆ ਵੇਰੀਏਬਲ ਰੀਜ਼ਨ ਆਫ ਕੀ ਲਾਈਟ ਚੇਨ ਹੈਗਾ। ਇਹਨਾਂ ਦੋਨਾਂ ਨੇ ਐਂਟੀਜਨ ਨੇ ਕੰਬਾਈਨ ਕਰਨਾ ਉਹਨਾਂ ਨੇ ਕੀ ਪਰਫਾਰਮ ਕਰਨਾ ਐਂਟੀਜਨ ਬਾਈਂਡਿੰਗ ਸਾਈਟ। ਆਹ ਸਾਈਟਸ ਹੁੰਦੀਆਂ ਨੇ ਜਿਨ੍ਹਾਂ ਨੇ ਐਂਟੀਜਨਸ ਦੇ ਨਾਲ ਜਾ ਕੇ ਕੀ ਬਾਈਂਡ ਕਰਨਾ ਹੈ। ਦੂਸਰਾ ਬੇਟਾ ਆਹ ਵਾਲਾ ਸਾਈਡ ਕੀ ਕਾਂਸਟੈਂਟ ਰੀਜ਼ਨ ਹੈਗਾ ਲਾਈਟ ਚੇਨ ਦਾ। ਆਹ ਵਾਲਾ ਜਿਹੜਾ ਕੀ ਪਾਰਟ ਹੈਗਾ ਕਾਂਸਟੈਂਟ ਰੀਜ਼ਨ ਹੈਗਾ ਹੈਵੀ ਚੇਨ ਦਾ। ਤਾਂ ਆਪਣੇ ਕੋਲ ਦੂਸਰਾ ਪਾਰਟ ਇਹ ਸੀ ਕਾਂਸਟੈਂਟ ਐਂਡ ਵੇਰੀਏਬਲ ਰੀਜ਼ਨਸ। ਉਸ ਤੋਂ ਬਾਅਦ ਬੇਟਾ ਡਾਈਸਲਫਾਈਡ ਬੌਂਡ ਐਂਡ ਹਿੰਜ ਰੀਜ਼ਨ। ਡਾਈਸਲਫਾਈਡ ਬੌਂਡ ਇਹ ਵਾਲੇ ਜਿਹੜੇ ਆਪਾਂ ਕਹਿੰਦੇ ਹੈਵੀ ਨੂੰ ਹੈਵੀ ਚੇਨ ਦੇ ਨਾਲ ਲਾਈਟ ਨੂੰ ਲਾਈਟ ਚੇਨ ਦੇ ਨਾਲ
ਤੇ ਹੈਵੀ ਨੂੰ ਲਾਈਟ ਚੇਨ ਦੇ ਨਾਲ ਜੁਆਇਨ ਕਰਦੇ ਹੈਗੇ। ਡਾਈਸਲਫਾਈਡ ਬੌਂਡ ਕੀ ਆ, ਹੈਵੀ ਨੂੰ ਹੈਵੀ ਚੇਨ ਦੇ ਨਾਲ, ਲਾਈਟ ਨੂੰ ਲਾਈਟ ਚੇਨ ਦੇ ਨਾਲ ਤੇ ਹੈਵੀ ਨੂੰ ਲਾਈਟ ਚੇਨ ਦੇ ਨਾਲ ਜਿਹੜੇ ਕਿ ਜੁਆਇਨ ਕਰਦੇ ਹੈਗੇ ਨੇ, दैट इज द डाइसल्फाइड बॉन्ड। दूसरा है अपने को हिंज रीजन, आ वाला हिंज रीजन जिथे अपने को की जी हैवी चेन वाला की मुड़ी हुई हैगी, बैंड की हुई हैगी। ये रीजन आ जिहड़ा आपां कहने हैगे कि हैवी चेन दे जिहड़े की वेरीएबल पार्ट नूं की मूव करन दे विच की हैल्प करता है, मुड़िया हैगा जिहदे करके उपरले पार्ट नूं की मूव करन दे विच जिहड़ा की हैल्प करता है, उस पार्ट नूं की हिंज रीजन कहा जाता है। नैक्सट आ गया बेटा अपने को फ्रैगमेंट एंटीजन बाइंडिंग एंड फ्रैगमेंट क्रिस्टलाइजेबल। ਇਹਦਾ ਆਪਾਂ ਗੱਲ ਕੀਤੀ दो फ्रैगमेंट ਹੁੰਦੇ ਹੈਗੇ ਨੇ ਜਿਹੜਾ ਆਪਣੇ ਕੋਲ ਐਂਟੀਬਾਡੀਜ਼ ਹੁੰਦੀਆਂ ਹੈਗੀਆਂ ਨੇ। ਇੱਕ ਹੈਗਾ ਐਂਟੀਜਨ ਬਾइंडिंग। ਤਾਂ ਐਂਟੀਜਨ ਬਾइंडिंग ਕੀ ਹੈ, ਜਿਹੜੇ ਜਿਹੜੇ ਪਾਰਟ ਨੇ ਜਿੱਥੇ ਆਪਾਂ ਕਹਿੰਦੇ ਵੇਰੀਏਬਲ ਪਾਰਟ ਹੈਗਾ, ਚਾਹੇ ਆਪਣੇ ਕੋਲ ਹੈਵੀ ਚੇਨ ਦਾ ਚਾਹੇ ਆਪਣੇ ਕੋਲ ਲਾਈਟ ਚੇਨ ਦਾ, ਉਹ ਫਰੈਗਮੈਂਟ ਜਿਹੜਾ ਕਹਿੰਦਾ ਕਿ ਵੇਰੀਏਬਲ ਹੈਗਾ, ਜਿਹੜਾ ਕਹਿੰਦਾ ਐਂਟੀਜਨਸ ਨਾਲ ਕਿ ਬਾइंड ਕਰਦਾ ਹੈਗਾ, ਉਹਨੂੰ ਫਰੈਗਮੈਂਟ ਐਂਟੀਜਨ ਬਾइंडिंग ਕਿਹਾ ਜਾਂਦਾ ਹੈ, ਮੂਵੇਬਲ ਹੁੰਦਾ। दूसरा बेटा कि ਜਿਹੜਾ ਬਿਲਕੁਲ मूव नहीं करता है, ਜਿਹੜਾ ਆਪਾਂ ਕਹਿੰਦੇ मूव नहीं कर रहा है, बिल्कुल एक जगह के ऊपर स्टिल खड़ा है, तो ਉਹਨੂੰ ਕੀ क्रिस्टलाइज किया जाता है। आह वाला पार्ट ਜਿਹੜਾ कि कांस्टेंट रीजन है, दैट इज नोन एज द फ्रैगमेंट क्रिस्टलाइजेबल। दूसरा बेटा कि ਇਹਨੂੰ क्रिस्टल इस करके भी कहा जाता कि ਜਦੋਂ ਉਹਨੂੰ कोल्ड स्टोर ਦੇ ਵਿੱਚ ਰੱਖਿਆ ਗਿਆ ਸੀਗਾ, ਤਾਂ ਉਸ ਦੇ ਦੌਰਾਨ ਇਹ ਜਿਹੜਾ ਪਾਰਟ ਸੀਗਾ ਟੋਟਲੀ ਜਿਹੜਾ ਕਿ ਕ੍ਰਿਸਟਲ ਦੇ ਵਿੱਚ ਜਿਹੜਾ ਕਿ ਕਨਵਰਟ ਹੋ ਗਿਆ ਸੀਗਾ। ਨੈਕਸਟ ਆ ਗਿਆ ਬੇਟਾ ਆਪਣੇ ਕੋਲੇ ਮੋਨੋਕਲੋਨੀਅਲ ਐਂਟੀਬਾਡੀਜ਼। ਮੋਨੋਕਲੋਨੀਅਲ ਦਾ ਮਤਲਬ ਕੀ ਹੈ, ਸਿੰਗਲ। ਇੱਕ ਸਿੰਗਲ ਸੈੱਲ ਤੋਂ ਨੰਬਰ ਆਫ ਕਾਰਬਨ ਕਾਪੀਜ਼ ਬਣਾਉਣੀਆਂ ਐਂਟੀਬਾਡੀਜ਼ ਦੀਆਂ, ਉਹਨਾਂ ਨੂੰ ਕੀ ਹੈ ਮੋਨੋਕਲੋਨੀਅਲ ਐਂਟੀਬਾਡੀਜ਼ ਕਿਹਾ ਜਾਂਦਾ ਹੈ। ਤੇ ਕਿਸ ਤਰੀਕੇ ਨਾਲ ਕੀ ਪਰਫਾਰਮ ਅਪ ਹੋਈਆਂ, ਕਿਸ ਤਰੀਕੇ ਨਾਲ ਕੀ ਬਣਾਈਆਂ ਗਈਆਂ ਹੈਗੀਆਂ ਨੇ, ਉਹਦੇ ਵਿੱਚ ਕੀ ਆ, ਇੱਕ ਤਾਂ ਮਾਈਲੋਮਾ ਸੈਲਸ ਲੈ ਕੇ ਜਿਨ੍ਹਾਂ ਨੂੰ ਕੈਂਸਰ ਸੈੱਲ ਕਿਹਾ ਜਾਂਦਾ ਹੈਗਾ। ਦੂਸਰੇ ਕੀ ਸਪਲੀਨ ਸੈੱਲ ਆਫ ਮਾਊਸ, क्योंकि स्पलीन ने की परफॉर्म करना लिम्फोसाइट्स प्रोड्यूस अप करने है। तो माउस से की स्पलीन सैल्स नूं कढ़िया गया, उन्होंने ले गया किसी के भी आपां कहने कि किसी भी ऑर्गेनिज्म के माइलोमा सैल्स ले गए, कैंसर सैल्स ले गए, उन्होंने सैल्स नूं की आपस में किया फ्यूज कर दिता गया। लेकिन सारे के सारे सैल जिहड़े कि फ्यूज नहीं हुए ने, उन्हां विचों कुछ आपां कहने माइलोमा सैल्स, कुछ आप कहने हैं माउस के सैल जोड़े कि अनफ्यूज रह गए। लेकिन जोड़े सैल की फ्यूज कर गए उन्होंने कि हाइब्रिड सैल कहा जाता है। हाइब्रिड का मतलब की है दो स्पीसीज में आपस में कंबाइन कर देना, एक सिंगल कि कन्वर्ट कर देना। ये कैंसर सैल से नाल की स्पलीन सैल से दोनों आपस में फ्यूज करके उन्होंने कि हाइब्रिड सैल जोड़े कि परफॉर्म किए गए। हाइब्रिड सैल एक सैल ले गया, उन्होंने किया क्लोन किया गया, कार्बन कॉपीज बनाई गई, जिहड़ियां कार्बन कॉपीज ने कि एक कॉलोनी परफॉर्म कर दी। जोड़ा हाइब्रिड सैल बनया सीगा उन्हें अपनी एक कॉलोनी परफॉर्म कर दी, जिन्होंने कि हाइब्रोडोमा कहा जाता है। और इस हाइब्रोडोमा तो ही अपने को की बनिया मोनोक्लोनियल एंटीबॉडीज बनी, जिहदा कि इंजैक्शन जिहड़ा कि तैयार किया गया। ये किए दिता सी जिहड़ा आपां कहने डिस्क्राइब किने कीता सीगा, तीन साइंटिस्ट सीगे, जर्नी सीगा, कॉलर सीगा ते मिल्स्टन सीगा, जिन्होंने कहना कि इन्होंने 1975 के जिहड़ा कि मोनोक्लोनल एंटीबॉडी जिहड़ियां कि तैयार कीतियां गईयां सीगियां, जिन्होंने कि नोबल प्राइज जिहड़ा कि मिलिया सीगा। जिहड़ियां अपने कोल मोनोक्लोनल एंटीबॉडीज हैगियां ने वो कित्थे कित्थे यूज होंदियां हैगियां। सब तो पहले रिकोगनाइज फॉर बैक्टीरियल पैथोजन। अगर आप कहते हैं कि बैक्टीरियल इन्फेक्शन है बहुत ज़्यादा तेज़ी के नाल वध गई है बॉडी के अंदर, थोड़िया बहुतियां मेडिसिन के नाल ठीक नहीं हो रही, जो परसन वो कहते क्योर नहीं हो रहा, तो उस दौरान क्या मोनोक्लोनल एंटीबॉडी जिहड़ियां कि दित्तियां जांदियां। दूसरा कि डायग्नोसिस ऑफ द प्रेगनेंसी को डायग्नोज करने वास्ते, मेजर एलर्जी के दौरान इन्होंने दित्तियां जांदियां हैगियां, हैपेटाइटिस के दौरान, रेबीज़ के दौरान, कुछ जिहड़ियां कि एसटीडी डिजीज़ होंदियां ने। लेकिन कैंसर के कहना कि सिर्फ अर्लीयर स्टेज वास्ते जिहड़ी कि एप्लीकेबल होंदियां। जो आप कहने कि ਉਹਦੀ क्या मैटास्टैसिस हो जाती है, आप कहने हैं कि अगली स्टेजिस के पास ऑन हो जाता है, तो उस के दौरान कहना कि एप्लीकेबल नहीं, सिर्फ जो कैंसर अर्ली स्टेज के यूज़ किया जाता है। दूसरा बेटा की
ਜਦੋਂ ਵੀ ਆਪਾਂ ਕਹਿੰਦੇ ਕਿ ਕਿਸੇ ਦੀ ਕਿ ਕਿਡਨੀ ਨੂੰ ਟ੍ਰਾਂਸਪਲਾਂਟ ਕਰਨਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜਦੋਂ ਸਾਡੀ ਬੋਡੀ ਦੇ ਅੰਦਰ ਕੋਈ ਵੀ ਫੋਰਨ ਪਾਰਟੀਕਲ ਦਾ ਮਤਲਬ ਸਿਰਫ ਇਹ ਨਹੀਂ ਸੀ ਕਿ ਸਿਰਫ ਪੈਥੋਜਨ ਦੀ ਗੱਲ ਕਰ ਸਕਦੇ। ਸਪੋਜ਼ ਕਰੋ ਕਿਸੇ ਹੋਰ ਤੇ ਬੋਡੀ ਦਾ ਜਿਹੜਾ ਆਰਗਨ ਹੈ ਸਾਡੀ ਬੋਡੀ ਦੇ ਵਿੱਚ ਜਿਹੜਾ ਕਿ ਪਾਇਆ ਜਾਵੇ ਤਾਂ ਸਾਡੀ ਬੋਡੀ ਜਿਹੜਾ ਕਿ ਉਹਨੂੰ ਕੀ ਹੈ ਇਜ਼ੀਲੀ ਜਿਹੜਾ ਕਿ ਐਕਸੈਪਟ ਨਹੀਂ ਕਰੂਗੀ, ਕਿਉਂਕਿ ਉਹਦੇ ਵਾਸਤੇ ਜਿਹੜਾ ਕਿ ਫੋਰਨ ਚੀਜ਼ ਹੈ। ਜਿਸ ਕਰਕੇ ਜਦੋਂ ਵੀ ਕੀ ਕਿਡਨੀ ਦੀ ਆਪਾਂ ਕਹਿੰਦੇ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ ਤਾਂ ਉਸ ਦੇ ਦੌਰਾਨ ਵੀ ਕੀ ਮੋਨੋਕਲੋਨਲ ਐਂਟੀਬਾਡੀ ਯੂਜ਼ ਕੀਤੀਆਂ ਜਾਂਦੀਆਂ ਨੇ, ਲੇਕਿਨ ਇਹ ਐਂਟੀਬਾਡੀਜ਼ ਕੀ ਹੈਗੇ ਨੇ, ਐਂਟੀਬਾਡੀਜ਼ ਪ੍ਰੋਡਿਊਸ ਨਹੀਂ ਕਰਦੀਆਂ, ਇਹ ਐਂਟੀਬਾਡੀਜ਼ ਨੂੰ ਸਪਰੈਸ ਕਰਦੀਆਂ। ਕਿਉਂਕਿ ਜਦੋਂ ਫੋਰਨ ਪਾਰਟੀਕਲ ਅੰਦਰ ਆਇਆ, ਕੋਈ ਆਪਾਂ ਕਹਿੰਦੇ ਕਿਡਨੀ ਟ੍ਰਾਂਸਪਲਾਂਟ ਕੀਤੀ, ਜੇ ਉਹਨੇ ਸਾਡੀ ਬੋਡੀ ਨੇ ਐਂਟੀਬਾਡੀਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹਨੂੰ ਖਤਮ ਕਰ ਦੂਗੀ, ਜਿਹਦੇ ਕਰਕੇ ਸਾਡੀ ਬੋਡੀ ਜਿਹੜੀ ਕੀ ਆ ਉਹਨੂੰ ਰਿਜੈਕਟ ਕਰ ਦੂਗੀ, ਜਿਹੜਾ ਕਿ ਪਰਸਨ ਆ ਉਹ ਕਹਿੰਦਾ ਕੀ ਆ ਡਾਈ ਆਫ ਕਰ ਸਕਦਾ ਹੈਗਾ। ਤਾਂ ਉਸ ਦੇ ਦੌਰਾਨ ਕੀ ਕੀਤਾ ਜਾਂਦਾ ਹੈਗਾ ਕਿ ਜਿਹੜੇ ਆਪਣੇ ਕੋਲ ਟੀ ਸੈਲਸ ਹੈਗੇ ਨੇ ਉਹਨਾਂ ਨੂੰ ਕਹਿੰਦਾ ਕਿ ਟੀ ਸੈਲ ਨੂੰ ਸਪਰੈਸ ਕੀਤਾ ਜਾਂਦਾ ਹੈ, ਉਹਨਾਂ ਦੀ ਐਕਟੀਵਿਟੀਜ਼ ਨੂੰ, ਕਿਉਂਕਿ ਟੀ ਸੈਲਸ ਨੇ ਕਿ ਸਟਿਮੂਲੇਟ ਕਰਨਾ ਹੈਗਾ ਬੀ ਸੈਲਸ। ਤਾਂ ਜਦੋਂ ਵੀ ਆਪਾਂ ਕਹਿੰਦੇ ਕੋਈ ਆਰਗਨ ਦੀ ਟ੍ਰਾਂਸਪਲਾਂਟੇਸ਼ਨ ਹੁੰਦੀ ਹੈ ਤਾਂ ਉਸ ਦੇ ਦੌਰਾਨ ਕੀ ਮੋਨੋਕਲੋਨਲ ਐਂਟੀਬਾਡੀਜ਼ ਦੁਆਰਾ ਟੀ ਸੈਲ ਦੀ ਜਿਹੜੀ ਆਪਾਂ ਕਹਿੰਦੇ ਐਕਟੀਵਿਟੀ ਆ ਉਹਨੂੰ ਕਿ ਸਪਰੈਸ ਕੀਤਾ ਜਾਂਦਾ, ਘਟਾਇਆ ਜਾਂਦਾ, ਤਾਂ ਕਿ ਬੀ ਸੈਲਸ ਨੂੰ ਸਟਿਮੂਲੇਟ ਨਾ ਕਰਨ ਫॉर द प्रोडक्शन ऑफ द एंटीबॉडीज। दूसरा बेटा की ऑटोइम्यून डिजीज़ वास्ते बेटा कि यूज होता है। ऑटोइम्यून डिजीज़ का मतलब मैं तुहानूं दस्सिया सीगा सैल्फ ते नॉन सैल्फ जिहड़े कि एंटीजनस कि साडी बॉडी दे जिहड़े सैल्स हैगे ने वो भी एंटीजनस परफॉर्म करते हैं, बाहरों जिहड़े कि आउंदे हैगे ने पैथोजन उन्हां ने एंटीजनस प्रोड्यूस करने, जिहड़े साडी बॉडी दे सैल एंटीजनस प्रोड्यूस करते हैगे ने उन्हां नूं असीं कि सैल्फ कहने हैगे, जिहड़े बाहरों आउंदे ने उन्हां नूं नॉन सैल्फ कहने हैगे। तो एंटीबॉडीज़ की आप कहने कि कैपेबिलिटी हैगी है कि सैल्फ ते नॉन सैल दे विच डिस्क्रिमीनेट करती है, लेकिन कई बार की होंदा कि एंटीबॉडीज़ इन्नियां ज़्यादा प्रोड्यूस आप होनियां शुरू हो जांदियां हैगियां ने, बहुत ज़्यादा केयर टॉक्सोइड लैन दे नाल बहुत लंबे समय थोड़ा कि प्रोलॉन्ग कि परसन जिहड़ा बीमार चल रहा हैगा, तो उस दे दौरान कि ज़्यादा आप कहने हैगे बहुत ज़्यादा स्ट्रॉन्ग मैडिसन्स लैन दे नाल जिहड़ियां कि एंटीबॉडीज़ उन्हां दी जिहड़ी कि प्रोडक्शन वो ज़्यादा हो जाती है, जिहदे करके कि अपनी सिल्लां नूं ही खाना शुरू कर दिंदी है, उन्हां नूं असीं ऑटोइम्यून डिजीज़ कहने हैगे। तो ऑटोइम्यून डिजीज़ नूं प्रोटैक्ट करने वास्ते भी किया मोनोक्लोनल एंटीबॉडीज़ यूज़ कीतियां जांदियां ने, सेम वही काम करदियां ने जिहड़े अपने कोल टी सैल्स हुंदे हैगे ने उन्हां दी एक्टिविटीज़ नूं जिहड़ा कि रिड्यूस करदियां ने ते बी सैल्स दे द्वारा एंटीबॉडीज़ प्रोड्यूस करन नूं जिहड़ा कि घटाउंदियां। थैंक यू बेटा।